श्री अकाल जी, मैं डॉक्टर जसकਰਨ ਸਿੰਘ ਸੰਧਵਾਂ। ਤੁਸੀਂ देख रहे हो ਨਿਰਭੈ ਸੱਚ ਚੈਨਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਪਹੁੰਚੇ ਹੋਏ ਹਾਂ ਜੀ ਹਰਿਦੁਆਰ ਸਤੀ ਘਾਟ ਦੇ ਉੱਤੇ। ਇੱਥੇ ਦੇ ਇਤਿਹਾਸਕ ਤੱਥਾਂ ਦੇ ਨਾਲ ਆਪ ਜੀ ਦੇ ਨਾਲ ਸਾਂਝ ਪਾਵਾਂਗੇ। ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਜੀ। ਇਹ ਜਿਹੜੀ ਪੁਰਾਣੀ ਇੱਟਾਂ ਦੀ ਤੁਸੀਂ ਬਿਲਡਿੰਗ ਦੇਖ ਰਹੇ ਹੋ, ਔਰ ਇਹ ਬਿਲਡਿੰਗ ਹੈਗੀ ਮਹਾਰਾਜਾ ਭੁਪਿੰਦਰ ਸਿੰਘ ਪਟਿਆਲਾ ਦੀ ਬਣਾਈ ਹੋਈ। ਪਰ ਆਪਾਂ ਰਾਜਿਆਂ ਦੇ ਨਾਲੋਂ ਵੱਧ ਗੱਲ ਕਰਾਂਗੇ ਗੁਰੂ ਸਾਹਿਬ ਜੀ ਦੇ ਇਤਿਹਾਸ ਦੀ। ਇਹ ਉਹ ਸਮੇਂ ਦੇ ਪੁਰਾਣੇ ਦਰਵਾਜ਼ੇ ਹੈਗੇ ਨੇ ਜੀ, ਮਹਾਰਾਜਾ ਭੁਪਿੰਦਰ ਸਿੰਘ ਜੀ ਦੇ ਸਮੇਂ ਦੇ ਪੁਰਾਣੇ ਦਰਵਾਜ਼ੇ। ਇਹ ਸਾਰੇ ਤੁਸੀਂ ਦੇਖ ਰਹੇ ਹੋ ਕਿ ਹਰ ਇੱਕ ਚੀਜ਼ ਦੇ ਉੱਤੇ ਵੀ ਜਿਹੜੀ ਹੈ ਉਹ ਕਢਾਈ ਹੋਈ ਵੀ ਹੈ। ਕੁੰਡਿਆਂ ਦੇ ਉੱਤੇ ਵੀ ਕਿੰਨੀ ਮਿਹਨਤ ਦੇ ਨਾਲ ਕੰਮ ਕੀਤਾ ਜਾਂਦਾ ਸੀ ਉਸ ਸਮੇਂ। ਤੇ ਬਾਹਰ ਤੁਸੀਂ ਦੇਖੋਗੇ ਜਾ ਕੇ ਪੱਥਰ ਜਿਹੜੇ ਨੇ ਉਹ ਤੇ ਉੱਪਰ ਦੇਖੋਗੇ ਤੁਸੀਂ ਜਾ ਕੇ ਜੀ, ਪਟਿਆਲਾ ਹਾਊਸ ਇਹ ਜਗ੍ਹਾ ਨੂੰ ਜਾਣਿਆ ਜਾਂਦਾ ਜੀ ਪਟਿਆਲਾ ਹਾਊਸ ਦੇ ਨਾਮ ਦੇ ਨਾਲ। ਔਰ ਇਹ ਇਸ ਟਾਈਮ ਤੇ ਸਤੀ ਘਾਟ ਕਨਖਲ ਹਰਿਦੁਆਰ ਉੱਤਰਾਖੰਡ ਤੇ ਹੁਣ ਇਸ ਟਾਈਮ ਇਹ ਸ੍ਰੀ ਸਨਾਤਨ ਧਰਮ ਪ੍ਰਤੀਨਿਧੀ ਸਭਾ ਹੈ ਪੰਜਾਬ, ਭੁਪਿੰਦਰ ਭਵਨ ਨਈ ਦਿੱਲੀ। ਇਹ ਸਾਰੀ ਜਗ੍ਹਾ ਸਥਾਨ ਹੈ ਜੋ ਜਿੱਥੇ ਅਸੀਂ ਖੜੇ ਹਾਂ। ਪਰ ਹੁਣ ਅਸੀਂ ਗੱਲ ਕਰਾਂਗੇ ਕੁਝ ਇਤਿਹਾਸ ਦੀ, ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ। ਗੱਲ ਕਰਾਂਗੇ ਔਰੰਗਜ਼ੇਬ ਸਰਕਾਰ ਦੇ ਸਮੇਂ ਦੀ, ਗੱਲ ਕਰਾਂਗੇ ਬ੍ਰਿਟਿਸ਼ ਰਾਜ ਦੀ, ਗੱਲ ਕਰਾਂਗੇ ਸਤੀ ਪ੍ਰਥਾ ਨੂੰ ਕਿਹੜੇ ਸਨ ਦੇ ਵਿੱਚ ਆ ਕੇ ਬੰਦ ਕੀਤਾ ਗਿਆ ਸੀ, ਉਹ ਡੇਟਾਂ ਕੀ ਸੀਆਂ, ਅੰਗਰੇਜ਼ਾਂ ਵੱਲੋਂ ਕਦੋਂ ਬੰਦ ਕਰਾਈ ਗਈ ਸੀ। ਪਰ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਸਤੀ ਪ੍ਰਥਾ ਬੰਦ ਕੀਤੀ ਸੀ ਧੰਨ ਧੰਨ ਗੁਰੂ ਅਮਰਦਾਸ ਜੀ ਸਾਹਿਬ ਜੀ ਨੇ। ਅੱਜ ਵੀ 400 ਸਾਲਾਂ ਤੋਂ ਪੁਰਾਣਾ ਅਸਥਾਨ ਜਿਹੜਾ ਹੈ ਉਹ ਮੌਜੂਦ ਹੈ। ਉਹ ਆਪ ਜੀ ਨੂੰ ਅਸੀਂ ਦਰਸ਼ਨ ਕਰਾਉਂਦੇ ਹਾਂ ਤੇ ਨਾਲ ਦੀ ਨਾਲ ਅਸੀਂ ਹੁਣ ਇਤਿਹਾਸ ਦੀ ਸਾਂਝ ਵੀ ਆਪ ਜੀ ਨਾਲ ਪਾਵਾਂਗੇ। ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ, ਆਪਾਂ ਸੁਣਦੇ ਹਾਂ ਕਿ 21 ਵਾਰ ਗੰਗਾ ਇਸ਼ਨਾਨ ਕਰਨ ਆਉਂਦੇ ਨੇ, 21 ਵਾਰ। ਉਸ ਤੋਂ ਬਾਅਦ ਬਾਬਾ ਅਮਰਦਾਸ ਜੀ ਨੂੰ ਬੀਬੀ ਅਮਰੋ ਤੋਂ ਸ਼ਬਦ ਸੁਣਦੇ ਨੇ, ਜੇ ਸੌ ਚੰਦਾ ਉਗਵੈ ਸੂਰਜ ਚੜੇ ਹਜ਼ਾਰ, ਇੱਥੇ ਚਾਨਣ ਹੁੰਦੇ ਆ ਗੁਰਬਿਨ ਘੋਰ ਅੰਧਾਰ। ਗੁਰਬਾਣੀ ਦਾ ਸ਼ਬਦ ਬਾਬਾ ਅਮਰਦਾਸ ਜੀ ਦੀ ਜ਼ਿੰਦਗੀ ਬਦਲ ਦਿੰਦਾ। ਬਾਬਾ ਅਮਰਦਾਸ ਜੀ 12 ਸਾਲ ਸੇਵਾ ਕਰਦੇ ਨੇ। 12 ਸਾਲ ਸੇਵਾ ਕਰਨ ਤੋਂ ਬਾਅਦ ਬਣਦੇ ਨੇ ਜੀ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ। ਖੱਡੀ ਤੋਂ ਜਦੋਂ ਖੱਡੀ ਦੇ ਵਿੱਚ ਗਿਰਦੇ ਨੇ, ਖੱਡੀ ਤੋਂ ਗੱਦੀ ਤੱਕ ਪਹੁੰਚ ਜਾਂਦੇ ਨੇ ਤੇ ਜਿਹੜੀ ਗਾਗਰ ਚੱਕਦੇ ਨੇ, ਗਾਗਰ ਤੋਂ ਸਾਗਰ ਤੱਕ ਪਹੁੰਚ ਜਾਂਦੇ ਨੇ। ਪਰ ਜਦੋਂ ਹੁਣ ਗਾਗਰ ਤੋਂ ਸਾਗਰ ਤੱਕ ਪਹੁੰਚੇ, ਖੱਡੀ ਤੋਂ ਗੱਦੀ ਤੱਕ ਪਹੁੰਚੇ, ਤਾਂ ਉਸ ਸਮੇਂ ਇਸ ਜਗ੍ਹਾ ਤੇ 22ਵੀਂ ਵਾਰ ਆਉਂਦੇ ਨੇ ਜੀ। ਜਦੋਂ 22ਵੀਂ ਵਾਰ ਆਉਂਦੇ ਨੇ, ਹੁਣ ਉਹਨਾਂ ਦਾ ਉਪਦੇਸ਼ ਕੀ ਹੈ? ਗੁਰੂ ਅਮਰਦਾਸ ਮਹਾਰਾਜ ਜੀ ਤੋਂ ਜਰਿਆ ਨਹੀਂ ਗਿਆ। ਗੁਰੂ ਅਮਰਦਾਸ ਜੀ ਮਹਾਰਾਜ ਜੀ ਤੋਂ ਇਹ ਨਹੀਂ ਵੇਖਿਆ ਗਿਆ ਕਿ ਇੱਕ ਭਰ ਜਵਾਨੀ ਦੇ ਵਿੱਚ ਇੱਕ ਔਰਤ, ਉਹ ਸਾਡੀਆਂ ਹੀ ਧੀਆਂ, ਸਾਡੀਆਂ ਹੀ ਭੈਣਾਂ, ਸਾਡੇ ਹੀ ਘਰਾਂ ਦੇ ਕੁੱਖਾਂ 'ਚੋਂ ਜੰਮੀਆਂ ਹੋਈਆਂ ਬੀਬੀਆਂ ਨੂੰ ਜਿਉਂਦੇ ਜੀ ਸਾੜ ਦਿੱਤਾ ਜਾਂਦਾ ਸੀ। ਤੇ ਗੁਰੂ ਸਾਹਿਬ ਤੋਂ ਇਹ ਨਹੀਂ ਵੇਖਿਆ ਗਿਆ। 21 ਸਾਲ ਤੱਕ ਵੇਖਦੇ ਰਹੇ। ਪਰ ਜਦੋਂ ਹੁਣ ਸੋਝੀ ਆਈ, ਗੁਰੂ ਬਣੇ, ਤੇ ਗੁਰੂ ਅਮਰਦਾਸ ਮਹਾਰਾਜ ਜੀ ਦਾ ਸਭ ਤੋਂ ਪਹਿਲਾ ਹੀ ਉਪਦੇਸ਼ ਇਹ ਸੀ, ਆ ਕੇ ਇਸ ਦੇ ਵਿਰੁੱਧ ਡਟ ਜਾਣਾ। ਗੱਲਾਂ ਕਰਨੀਆਂ ਸੌਖੀਆਂ ਨੇ, ਪਰ ਉਸ ਦੇ ਵਿਰੁੱਧ ਹੋ ਜਾਣਾ, ਉਸ ਚੀਜ਼ ਨੂੰ ਰੋਕਣਾ ਸਭ ਤੋਂ ਵੱਡੀ ਗੱਲ ਹੈ। ਇਤਿਹਾਸ ਵੀ ਨਾਲ ਸਾਂਝ ਪਾਵਾਂਗੇ। ਇਹ ਗੁਰਦੁਆਰਾ ਸਾਹਿਬ ਪੁਰਾਤਨ ਇੱਟਾਂ ਦਾ ਬਣਿਆ ਹੋਇਆ ਜੀ। ਮੈਂ ਪੁਰਾਤਨ ਇੱਟਾਂ ਦੀ ਗੁਰਦੁਆਰਾ ਸਾਹਿਬ ਦਿਖਾਉਣ ਤੋਂ ਪਹਿਲਾਂ ਆਪ ਜੀ ਨੂੰ ਪੁਰਾਤਨ ਇੱਟਾਂ ਵੀ, ਆਪ ਜੀ ਨੂੰ ਜਿਹੜਾ ਪੁਰਾਣਾ ਚੂਨਾ ਲੱਗਿਆ ਹੁੰਦਾ ਸੀ ਉਸ ਸਮੇਂ ਦਾ, ਉਹ ਵੀ ਵਿਖਾ ਰਹੇ ਹਾਂ ਜੀ। ਇਹ ਛੋਟੀਆਂ ਇੱਟਾਂ ਨੇ, ਇਹ ਤੁਸੀਂ ਦੇਖ ਰਹੇ ਹੋ। ਇਹ ਕੀ ਚੂਨਾ ਜਿਹੜਾ ਹੈ, ਇਹ ਚੂਨੇ ਦੇ ਵਿੱਚ ਹੀ ਲੱਗੀਆਂ ਹੋਈਆਂ ਪੁਰਾਣੀਆਂ ਇੱਟਾਂ ਨੇ। ਔਰ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਹੈ ਕਿ ਸਰਦਾਰ ਦਵਿੰਦਰ ਸਿੰਘ ਜੀ ਬਾਬਾ ਜੀ ਇੱਥੇ ਨੇ ਜੰਮੂ ਤੋਂ, ਤੇ ਜੰਮੂ ਦੀ ਸੰਗਤ ਆਪਣੇ ਨਾਲ ਬਹੁਤ ਜੁੜੀ ਹੋਈ ਆ। ਚੱਠੇ ਮਿਲ ਤੋਂ ਲੈ ਕੇ ਸਾਰੇ ਪਾਸੇ ਤੋਂ, ਜੰਮੂ ਤੋਂ ਬਾਬਾ ਜੀ ਇੱਥੇ ਸੇਵਾ ਕਰਦੇ ਨੇ। ਤੇ ਇਹ ਅਸਥਾਨ ਜਿਹੜਾ ਹੈ ਸੇਵਾ ਕਰਾਈ ਮਹੰਤ ਗੁਲਾਬ ਸਿੰਘ ਜੀ, ਡੇਰਾ ਦੁੱਖ ਪੰਜਨੀ, ਥੋਹਾ ਖਾਲਸਾ, ਜ਼ਿਲ੍ਹਾ ਰਾਵਲਪਿੰਡੀ। ਤੇ ਇਹ ਦਿੱਲੀ ਦੀ ਸੇਵਾ ਕਰਾਈ ਸੀ।
हैं जी बाबा दरगाह सिंह जी बाबा दरगाह सिंह जी उन्होंने सेवा कराई जी। ਤੇ ਹੁਣ ਥੋੜਾ ਜਿਹਾ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਸ ਅਸਥਾਨ ਬਾਰੇ ਥੋੜਾ ਜਿਹਾ ਆਪ ਜੀ ਕਦੋਂ ਬਣਿਆ ਜੀ ਇਹ ਸਥਾਨ? ਇਹ ਸਥਾਨ ਗੁਰੂ ਅਮਰਦਾਸ ਜੀ ਦਾ ਹੈ ਜੋ ਮਹਾਰਾਜ ਜੀ 22 ਦਾ ਗੁਰੂ ਬਣ ਕੇ ਆਏ ਸੰਮਤ 1613 ਵਿੱਚ ਤੇ ਉਸ ਤੋਂ ਬਾਅਦ ਫਿਰ ਇਹ ਸਥਾਨ ਗੁਰੂ ਰਾਮਦਾਸ ਟਾਈਮ ਤੇ ਬਣਿਆ ਕਿਉਂ ਜਦੋਂ ਮਹਾਰਾਜ ਗੁਰੂ ਬਣ ਕੇ ਆਏ ਗੁਰੂ ਰਾਮਦਾਸ ਜੀ ਮਹਾਰਾਜ ਵੀ ਆਏ ਇੱਥੇ ਗੁਰੂ ਬਣਨ ਤੋਂ ਪਹਿਲਾਂ ਤੇ ਜਦੋਂ ਗੁਰੂ ਬਣੇ ਉਸ ਤੋਂ ਬਾਅਦ ਫਿਰ ਇਹ ਅਸਥਾਨ ਦੀ ਸੇਵਾ ਹੋਈ। ਹਾਂਜੀ ਅੱਜ ਵੀ ਉਹ ਪੁਰਾਤਨ ਸੰਤ ਲਿਖੇ ਨਹੀਂ ਹੋਏ ਵੈਸੇ ਸੰਤ ਲਿਖਿਆ ਨਹੀਂ ਹੈ। ਹਾਂਜੀ, ਹਾਂਜੀ। ਔਰ ਸਭ ਤੋਂ ਵੱਡੀ ਗੱਲ ਜੀ ਗੁਰੂ ਸਾਹਿਬ ਜੀ ਜਦੋਂ ਗੁਰੂ ਬਣਨ ਤੋਂ ਬਾਅਦ ਤੀਰਥ ਤੇ ਉੱਤੇ ਹੁੰਦੇ ਨੇ ਤਾਂ ਗੁਰਬਾਣੀ ਕੀ ਕਹਿੰਦੀ ਹੈ? ਤੀਰਥ ਉਦਮ ਸਤਿਗੁਰ ਕੀਆ ਸਭ ਲੋਕ ਉਦਰਣ ਅਰਥਾ। ਕਿ ਗੁਰੂ ਸਾਹਿਬ ਜੀ ਤੀਰਥਾਂ ਤੇ ਕਿਉਂ ਜਾਂਦੇ ਸਨ? ਗੁਰੂ ਸਾਹਿਬ ਜੀ ਤੀਰਥ ਉਦਮ ਤੀਰਥਾਂ ਤੇ ਜਾਣ ਦਾ ਉਦਮ ਸਤਿਗੁਰੂ ਜੀ ਨੇ ਕੀਤਾ। ਕਿਉਂ ਕੀਤਾ? ਸਭ ਲੋਕ ਉਦਰਣ ਅਰਥਾ ਤਾਂ ਕਿ ਬਾਕੀ ਲੋਕਾਂ ਦਾ ਉਧਾਰ ਕੀਤਾ ਜਾਵੇ। ਗੱਲ ਕਰਦੇ ਆ ਗੰਗਾ ਤੇ ਆਉਣ ਦੀ, ਆਪਾਂ ਮਾੜਾ ਨਹੀਂ ਕਹਿੰਦੇ, ਪਰ ਗੁਰਬਾਣੀ 'ਚ ਲਿਖਿਆ ਭੱਟਾਂ ਦੇ ਸਵਈਆਂ ਵਿੱਚ ਲਿਖਿਆ ਸੰਸਾਰ ਸਫਲ ਗੰਗਾ ਗੁਰਦਰਸ਼ਨ। ਸੰਸਾਰ ਸਫਲ ਗੰਗਾ ਗੁਰਦਰਸ਼ਨ ਪਰਸਨ ਪਰਮ ਪਵਿੱਤਰ ਗਤੇ। ਕਿ ਗੁਰੂ ਦੀ ਸੰਗਤ ਗੁਰੂ ਦੇ ਚਰਨ ਹੀ ਗੁਰੂ ਦੀ ਸੰਗਤ ਹੀ ਗੰਗਾ ਹੈ ਸਾਡੇ ਲਈ। ਤੇ ਇਹ ਅਸਥਾਨ ਹੈ ਜੀ ਰਤਨ ਮੈਪ ਜੀ ਨੂੰ ਇਹਦੇ ਅੰਦਰ ਦੀ ਜਿਹੜੀ ਪੁਰਾਣੀ ਪੇਂਟਿੰਗ ਜਿਹੜੀ ਹੁੰਦੀ ਸੀ ਉਹ ਅੱਜ ਵੀ ਇੱਥੇ ਪੇਂਟਿੰਗ ਪੁਰਾਣੀ ਮੌਜੂਦ ਹੈ ਜੀ। ਤੁਸੀਂ ਬਾਣੀ ਪੜ੍ਹ ਰਹੇ ਜੀ, ਉੱਪਰ ਪੇਂਟਿੰਗ ਬਣੀ ਹੋਈ ਹੈ ਜੀ। ਇਸ ਪਾਸੇ ਤੋਂ ਗੁਰੂ ਨਾਨਕ ਸਾਹਿਬ ਜੀ ਦੀ ਪੇਂਟਿੰਗ ਬਣੀ ਹੋਈ ਹੈ ਜੀ। ਇਸ ਪਾਸੇ ਵੀ ਪੇਂਟਿੰਗ ਬਣੀ ਹੋਈ ਹੈ ਜੀ। ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ। ਤੇ ਇਹ ਪੁਰਾਣਾ ਥੜਾ ਹੈ ਜੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਮੇਂ ਦਾ। ਇਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਮੇਂ ਦਾ ਥੜਾ ਹੈ ਜੀ। ਹੁਣ ਆਪਾਂ ਗੱਲ ਕਰਾਂਗੇ ਇਤਿਹਾਸ ਦੀ। ਬਿਲਕੁਲ ਗੁਰਦੁਆਰਾ ਸਾਹਿਬ ਜੀ ਦੇ ਆਪ ਜੀ ਬੈਕ ਸਾਈਡ ਤੇ ਜਾਓ ਤਾਂ ਇੱਥੋਂ ਹੀ ਨਿਕਲਦੀ ਹੈ ਜੀ ਗੰਗਾ ਤੇ ਇਹਨੂੰ ਕਹਿੰਦੇ ਨੇ ਸਤੀ ਘਾਟ। ਸਤੀ ਘਾਟ ਤੇ ਪਹੁੰਚ ਰਹੇ ਹਾਂ ਜੀ ਆਪਾਂ। ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਜੀ। ਕਈ ਵਾਰ ਆਪਾਂ ਹਰਿਦੁਆਰ ਆਉਂਦੇ ਹਾਂ ਆਪਾਂ ਨੂੰ ਪਤਾ ਨਹੀਂ ਲੱਗਦਾ। ਇਹ ਦੇਖੋ ਪੁਰਾਣੀ ਬਿਲਡਿੰਗ ਜਿਹੜੀ ਬਣੀ ਹੋਈ ਆ ਉਸ ਸਮੇਂ ਦਾ ਪੁਰਾਣਾ ਅਸਥਾਨ ਬਣੀ ਹੋਈ ਆ ਅੱਜ ਵੀ ਮੌਜੂਦ ਹੈ ਜੀ ਉਸ ਸਮੇਂ ਤੋਂ ਲੈ ਕਰਕੇ। ਤੇ ਹੁਣ ਜੇ ਆਪਾਂ ਇਤਿਹਾਸਕ ਸਰੋਤਾਂ ਵੱਲ ਨਿਗਾਹ ਮਾਰੀਏ ਇਹ ਪਿੱਛੇ ਸਤੀ ਘਾਟ ਬਣਿਆ ਹੋਇਆ ਜੀ। ਸਤੀ ਘਾਟ ਬਣਿਆ ਹੋਇਆ ਜਦੋਂ ਗੁਰੂ ਅਮਰਦਾਸ ਜੀ 22ਵੀਂ ਵਾਰ ਇੱਥੇ ਆਏ ਤਾਂ ਇੱਥੇ ਆ ਕਰਕੇ ਸਤੀ ਪ੍ਰਥਾ ਜਿਹੜੀ ਹੈ ਉਸ ਸਮੇਂ ਲਾਗੂ ਸੀ। ਤੇ ਮੈਂ ਬੇਨਤੀ ਕਰਾਂ ਜੀ ਬ੍ਰਿਟਿਸ਼ ਸਰਕਾਰ ਨੇ ਪਹਿਲਾਂ ਸਭਾ ਬੁਲਾ ਕੇ ਇੱਦਾਂ ਦਿਖਾਈ ਚੱਲ ਬੇਟਾ ਠੀਕ ਹੈ ਜੀ ਸਤੀ ਪ੍ਰਥਾ ਨੂੰ ਰੋਕਣਾ ਚਾਹਿਆ। 1799 ਦੇ ਵਿੱਚ ਸ਼ਾਹਬਾਦ ਦੇ ਕਲੈਕਟਰ ਨੇ ਲਾਰਡ ਕਾਰਨਵਾਲਿਸ ਨੂੰ ਲਿਖਿਆ ਕਿ ਐਸੀ ਪ੍ਰਥਾ ਨੂੰ ਜਾਰੀ ਰਹਿਣ ਦੇਣਾ ਮਨੁੱਖਤਾ ਦਾ ਕਾਤਲ ਹੈ। ਪਰ ਉਹਨੇ ਉੱਤਰ ਵਜੋਂ ਲਿਖਿਆ ਕਿ ਤੁਸੀਂ ਸਮਝਾਉਣ ਬੁਝਾਉਣ ਤੱਕ ਹੀ ਸੀਮਤ ਰਹੋ, ਕਰੜੇ ਉਪਾਵਾਂ ਦਾ ਸਹਾਰਾ ਨਹੀਂ ਲੈਣਾ। ਯਾਨੀ ਕਿ ਬ੍ਰਿਟਿਸ਼ ਸਰਕਾਰ ਵੀ ਇਸ ਕੰਮ ਨੂੰ ਰੋਕ ਨਹੀਂ ਸੀ ਸਕੀ। ਕਿਧਰੇ ਜਾ ਕੇ 4 ਦਸੰਬਰ 1829 ਨੂੰ ਵਿਲੀਅਮ ਬੈਂਟਿਕ ਨੇ 17ਵਾਂ ਕਾਨੂੰਨ ਪਾਸ ਕੀਤਾ। 4 ਦਸੰਬਰ 1829 ਨੂੰ ਵਿਲੀਅਮ ਬੈਂਟਿਕ ਨੇ 17ਵਾਂ ਕਾਨੂੰਨ ਪਾਸ ਕੀਤਾ ਤੇ ਗੈਰ ਕਾਨੂੰਨੀ ਕਰਾਰ ਦਿੱਤਾ ਗਿਆ ਸਤੀ ਪ੍ਰਥਾ ਨੂੰ। ਪਰ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਉਹਨਾਂ ਨੇ ਤਾਂ ਕਿੰਨੀ ਸਦੀ ਪਹਿਲਾਂ ਆ ਕੇ ਸਤੀ ਪ੍ਰਥਾ ਬੰਦ ਕਰ ਦਿੱਤੀ ਸੀ। ਇਹ ਤਾਂ ਬਾਹਰ ਦੇ ਸੂਬਿਆਂ ਦੀ ਗੱਲ ਕਰ ਰਹੇ ਆਪਾਂ। ਸਾਹਮਣੇ ਦਰਸ਼ਨ ਕਰੋ ਆਪ ਜੀ। ਅਕਬਰ ਬਾਦਸ਼ਾਹ ਨੇ ਵੀ 1584 ਦੇ ਵਿੱਚ ਸਤੀ ਪ੍ਰਥਾ ਨੂੰ ਕੁਕਿਰਿਆ ਨੂੰ ਬੰਦ ਕਰਨ ਦਾ ਸ਼ਾਹੀ ਹੁਕਮ ਦਿੱਤਾ ਸੀ, ਪਰ ਫਰਮਾਨ ਵਿੱਚ ਉਕਾਈ ਫਿਰ ਵੀ ਰਹਿ ਗਈ ਸੀ। ਉਹਨੇ ਲਿਖਿਆ ਸੀ ਕਿ ਕੋਈ ਕਿਸੇ ਨੂੰ ਜਬਰੀ ਸਤੀ ਨਹੀਂ ਕਰ ਸਕਦਾ, ਮਰਜ਼ੀ ਨਾਲ ਔਰਤ ਸਤੀ ਹੋ ਸਕਦੀ ਹੈ। ਅਕਬਰ ਕਹਿ ਰਿਹਾ ਕਿ ਮਰਜ਼ੀ ਨਾਲ ਸਤੀ ਹੋ ਸਕਦੀ ਹੈ ਪਰ ਰੋਕਿਆ ਨਹੀਂ।
ਪਰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਜਦੋਂ 22ਵੀਂ ਵਾਰ ਇਸੇ ਸਤੀ ਘਾਟ ਦੇ ਆਉਂਦੇ ਨੇ ਤਾਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਤੋਂ ਇਹ ਵੇਖਿਆ ਨਹੀਂ ਗਿਆ। ਗੁਰੂ ਅਮਰਦਾਸ ਮਹਾਰਾਜ ਨੇ ਇੱਥੇ ਖੜ ਕੇ ਉਸ ਸਮੇਂ ਵਿਰੋਧ ਕੀਤਾ। ਤੇ ਆਪ ਜੀ ਜਦੋਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੋਗੇ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਲਿਖਿਆ ਹੋਇਆ ਮਹਾਰਾਜ ਨੇ ਇੱਥੇ ਸਮਝਾਇਆ, ਸਤੀਆਂ ਇਹ ਨਾ ਆਖੀਆਂ ਜੋ ਮੜੀਆਂ ਲੱਗ ਜਲਨ, ਨਾਨਕ ਸਤੀਆਂ ਜਾਣੀਆਂ ਜੇ ਬਿਰਹ ਚੋਟ ਮਰਨ। ਆ ਸਤੀਆਂ ਥੋੜੀ ਨੇ, ਤੇ ਅਸਲੀ ਸਤੀਆਂ ਵੀ ਦਸੀਆਂ ਮਹਾਰਾਜ ਨੇ। ਭੀਸੋ ਸਤੀਆਂ ਜਾਣੀਆਂ ਸੀਲ ਸੰਤੋਖ ਰਹਨ, ਸੇਵਨ ਸਾਈ ਆਪਣਾ ਨਿਤ ਉੱਠ ਸਮਾਲਨ। ਸੋ ਇਹ ਜਿਹੜਾ ਜੀ ਆਪ ਜੀ ਵੇਖ ਰਹੇ ਹੋ ਕਿ ਪੁਰਾਣਾ ਜਿਹੜਾ ਹੈ ਸਥਾਨ ਬਣਿਆ ਹੋਇਆ ਜੀ, ਇਹ ਉਰਦੂ ਵਿੱਚ ਵੀ ਲਿਖਿਆ ਹੋਇਆ ਤੁਸੀਂ ਵੇਖ ਰਹੇ ਹੋ। ਤੇ ਸੰਤ ਚਰਨ ਸਿੰਘ ਪੁਜਾਰੀ, ਸੰਤ ਜੈਦੇਵ ਸਿੰਘ ਜੀ। ਪਰ ਅਸੀਂ ਧੰਨ ਕਿ ਮਹੰਤਾਂ ਦੇ ਜਿਨ੍ਹਾਂ ਨੇ ਪੁਰਾਣੇ ਅਸਥਾਨ ਨੂੰ ਉਸੇ ਤਰੀਕੇ ਦੇ ਨਾਲ ਰੱਖਿਆ ਹੋਇਆ ਹੈ। ਤੇ ਅਸੀਂ ਆ ਕੇ ਪੁਰਾਤਨ ਰੂਪ ਦੇ ਵਿੱਚ ਹੀ ਜੋ ਮੰਡੀ ਸਾਹਿਬ ਬਣਾਇਆ ਸੀਗਾ, ਔਰ ਬਾਬਾ ਜੀ ਇੱਥੇ ਖੁਦ ਆਪ ਜੀ ਦੇਖ ਰਹੇ ਹੋ ਗੁਰਬਾਣੀ ਦੀ। ਭਾਵੇਂ ਨਾਨਕ ਸਾਈ ਗੱਲ ਚੰਗੀ, ਅਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਾਹਿਬ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰਤੇ ਅਮਰਦਾਸ ਰਾਮਦਾਸ ਸਾਹਿਬ ਸਹਾਈ। ਸੋ ਔਰ ਪੁਰਾਣੀਆਂ ਇਹ ਪੁਰਾਣੀ ਪੇਂਟਿੰਗ ਦੇਖੋ ਜੀ, ਇਹ ਪ੍ਰੀਜ਼ਰਵ ਹੋਣੀਆਂ ਚਾਹੀਦੀਆਂ ਨੇ। ਪੁਰਾਣੀ ਪੇਂਟਿੰਗ ਜਿਹੜੀ ਹੈ ਜੀ ਉਸ ਸਮੇਂ ਦੀ ਪੁਰਾਣੀ ਪੇਂਟਿੰਗ ਆ, ਅੱਜ ਵੀ ਇਹਦੇ ਅੰਦਰੋਂ, ਕਿਉਂਕਿ ਮੈਂ ਬਾਬਾ ਜੀ ਨਾਲ ਗੱਲ ਇਹੀ ਕੀਤੀ ਸੀ ਕਿ ਪੁਰਾਣੀ ਪੇਂਟਿੰਗ ਜਿਹੜੀ ਹੈ ਉਹਨੂੰ ਆਪਾਂ ਪ੍ਰੀਜ਼ਰਵ ਕਰ ਸਕਦੇ ਹਾਂ। ਸੋ ਸੰਗਤ ਜੀ ਇਹ ਹੈ ਸਤੀ ਘਾਟ, ਉਸ ਪਾਸੇ ਸਤੀ ਘਾਟ ਹੈ, ਮੇਰੇ ਪਿੱਛੇ ਬਿਲਕੁਲ ਸਤੀ ਘਾਟ ਹੈ। ਤੇ ਇੱਥੇ ਗੁਰੂ ਅਮਰਦਾਸ ਮਹਾਰਾਜ ਜੀ ਦੀ ਯਾਦ ਵਿੱਚ ਬਣਿਆ ਹੋਇਆ ਅਸਥਾਨ। ਮੈਂ ਕਿਉਂ ਕਹਿਣਾ ਅਸਥਾਨ ਸੰਗਤ ਸਾਹਮਣੇ ਆਉਣੇ ਚਾਹੀਦੇ ਨੇ, ਕਿਉਂਕਿ ਗਵਾਹ ਹੈ ਇਤਿਹਾਸ। ਜੇ ਸਤੀਆਂ ਕੀਤੀਆਂ ਜਾਂਦੀਆਂ ਸਨ, ਸਤੀ ਘਾਟ ਮੌਜੂਦ ਹੈ। ਜੇ ਸਤੀ ਪ੍ਰਥਾ ਨੂੰ ਬੰਦ ਕੀਤਾ, ਗੁਰੂ ਅਮਰਦਾਸ ਮਹਾਰਾਜ ਜੀ ਦਾ ਅਸਥਾਨ ਵੀ ਮੌਜੂਦ ਹੈ। ਆਪ ਜੀ ਜਦੋਂ ਹਰਿਦੁਆਰ ਆਓ ਤਾਂ ਉਦੋਂ ਸਿਟੀ ਪੈਂਦੀ ਜੀ ਕਨਖਲ, ਕਨਖਲ ਦੇ ਵਿੱਚ ਪੈਂਦਾ ਜੀ ਸਤੀ ਘਾਟ, ਗੁਰਦੁਆਰਾ ਤੀਸਰੀ ਪਾਤਸ਼ਾਹੀ ਗੁਰੂ ਅਮਰਦਾਸ ਸਾਹਿਬ ਜੀ। ਤੁਹਾਡਾ ਆਪਣਾ ਵੀਰ ਭਗਵਾਨ ਸਿੰਘ ਜੀ ਖੋਜੀ। ਲੋਕੇਸ਼ਨ ਅਸੀਂ ਪਾ ਦੇਵਾਂਗੇ ਜੀ 978191 13113। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੈਨਲ ਨਿਰਭੈ ਸੱਚ ਨੂੰ YouTube ਤੇ ਸਬਸਕ੍ਰਾਈਬ ਕਰੋ, ਸ਼ੇਅਰ ਕਰੋ ਤੇ ਲਾਈਕ ਕਰੋ।